RCF ਕਪੂਰਥਲਾ ਪੈਨਸ਼ਨ ਮਹਾਸੰਮੇਲਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਹਰ ਮੁਲਾਜ਼ਮ ਨੇ ਆਪਣੇ ਪਰਿਵਾਰ ਸਮੇਤ ਆਪਣੀ ਜ਼ਿੰਮੇਵਾਰੀ ਨਾਲ ਪੁਰਾਣੀ ਪੈਨਸ਼ਨ ਲੈਣ ਲਈ ਵੱਡੀ ਜੰਗ ਵਿੱਚ ਹਿੱਸਾ ਲਿਆ। ਪ੍ਰੈਸ ਬਿਆਨ ਜਾਰੀ ਕਰਦਿਆਂ ਰੇਲਵੇ ਵਿੱਚ ਫਰੰਟ ਅਗੇਂਸਟ ਐਨਪੀਐਸ ਇਨ ਰੇਲਵੇ ਦੇ ਕੌਮੀ ਪ੍ਰਧਾਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਈ ਕੌਮੀ ਅੰਦੋਲਨ ਦੇ ਕੌਮੀ ਸੰਯੁਕਤ ਸਕੱਤਰ ਅਮਰੀਕ ਸਿੰਘ ਨੇ ਕਿਹਾ ਕਿ ਸਾਡੇ ਕੋਲ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਸੁਨਹਿਰੀ ਮੌਕਾ ਹੈ ਤੇ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ 1 ਅਕਤੂਬਰ ਨੂੰ ਦਿੱਲੀ ਵਿਖੇ ਹੋ ਰਹੀ ਪੈਨਸ਼ਨ ਸ਼ੰਖਨਾਦ ਰੈਲੀ ਪੁਰਾਣੀ ਪੈਨਸ਼ਨ ਬਹਾਲ ਕਰਵਾ ਕੇ ਨਵਾਂ ਇਤਿਹਾਸ ਸਿਰਜਣਗੇ। ਉਨ੍ਹਾਂ ਕਿਹਾ ਕਿ ਪੈਨਸ਼ਨ ਸ਼ੰਖਨਾਦ ਰੈਲੀ ਵਿੱਚ 10 ਲੱਖ ਦੇ ਕਰੀਬ ਮੁਲਾਜ਼ਮ ਹਿੱਸਾ ਲੈ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਇੰਡੀਅਨ ਰੇਲਵੇ EMPLOYEES ਫੈਡਰੇਸ਼ਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਦੱਸਿਆ ਕਿ ਇਸ ਸੰਘਰਸ਼ ਦੀ ਸ਼ੁਰੂਆਤ RCF ਦੀ ਜ਼ਮੀਨ ਤੋਂ ਸ਼ੁਰੂ ਹੋਈ। ਅੱਜ ਪੈਨਸ਼ਨ ਬਹਾਲੀ ਦਾ ਇਹ ਸੰਘਰਸ਼ ਸੜਕਾਂ ਤੋਂ ਪਾਰਲੀਮੈਂਟ ਤੱਕ ਗੂੰਜ ਰਿਹਾ ਹੈ। ਦੇਸ਼ ਵਿੱਚ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਮੁੱਦਾ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ ਹੈ। ਇਸ ਮੁੱਦੇ ਨੇ ਕਈ ਰਾਜਾਂ ਵਿੱਚ ਸਰਕਾਰਾਂ ਬਣਾਉਣ ਜਾਂ ਪੁਰਾਣੀਆਂ ਪੈਨਸ਼ਨਾਂ ਦੀ ਬਹਾਲੀ ਦਾ ਵਿਰੋਧ ਕਰਨ ਵਾਲੀਆਂ ਸੱਤਾਧਾਰੀ ਸਿਆਸੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਇਤਿਹਾਸ ਵੀ ਲਿਖਿਆ ਹੈ ਤੇ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ, ਜੋ ਕਿ ਹਿਟਲਰ ਦੀਆਂ ਨੀਤੀਆਂ ਤੇ ਕੰਮ ਕਰਨ ਲਈ ਮਸ਼ਹੂਰ ਹੈ, 2 ਹਿੱਸਿਆਂ ਵਿੱਚ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਪਾਰਟੀ ਹੈ ਜੋ ਇੱਕ ਪਾਸੇ ਬਿਆਨ ਦਿੰਦੀ ਹੈ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕੋਈ ਵਿਚਾਰ ਨਹੀਂ ਹੈ ਤੇ ਦੂਜੇ ਪਾਸੇ ਮੁਲਾਜ਼ਮ ਤਿੱਖੇ ਸੰਘਰਸ਼ ਅੱਗੇ ਝੁਕ ਕੇ ਕਮੇਟੀ ਬਣਾਉਣ ਦੀ ਖੇਡ ਰਹੇ ਹਨ। ਸਿੰਘ ਨੇ ਕਿਹਾ ਕਿ ਸਾਡੀ ਵੱਡੀ ਸਫਲਤਾ ਇਹ ਹੈ ਕਿ ਅਸੀਂ NPS ਨੂੰ ਕਾਨੂੰਨ ਬਣਾ ਕੇ ਮੁਲਾਜ਼ਮਾਂ ਦੀ ਬੁਢਾਪਾ ਬਰਬਾਦ ਕਰਨ ਵਾਲੀ ਨੈਸ਼ਨਲ ਕਾਂਗਰਸ ਪਾਰਟੀ ਨੂੰ ਆਪਣੀ ਨੀਤੀ ਵਾਪਸ ਲੈਣ ਲਈ ਮਜਬੂਰ ਕੀਤਾ ਅਤੇ ਜਿਨ੍ਹਾਂ ਰਾਜਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਉਨ੍ਹਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਮਜਬੂਰ ਹੋਣਾ ਪਿਆ ਹੈ। CPF ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ NMOPS ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ RCF ਦੀ ਧਰਤੀ ਤੇ ਅੱਜ ਦੀ ਇਤਿਹਾਸਕ ਪੈਨਸ਼ਨ ਮੈਗਾ ਕਾਨਫਰੰਸ ਪੂਰੇ ਦੇਸ਼ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦੀ ਲਹਿਰ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਬਹਾਲੀ ਦੇ ਮਾਮਲੇ ਵਿੱਚ ਕੀਤੇ ਵਾਅਦੇ ਤੋੜਨ ਦੀ ਵੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ RCF ਦੇ ਸੰਘਰਸ਼ ਤੋਂ ਸਬਕ ਸਿੱਖ ਕੇ ਪੰਜਾਬ ਰਾਜ ਦੇ ਮੁਲਾਜ਼ਮ ਵੀ ਪੰਜਾਬ ਸਰਕਾਰ ਦੀ ਨੀਂਦ ਹਰਾਮ ਕਰਨਗੇ। ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਕੌਮੀ ਜਥੇਬੰਦਕ ਸਕੱਤਰ ਵਿਜੇਂਦਰ ਧਾਰੀਵਾਲ ਨੇ ਕਿਹਾ ਕਿ ਦੇਸ਼ ਭਰ ਦੇ ਪੈਨਸ਼ਨਰਹੀਣ ਮੁਲਾਜ਼ਮਾਂ ਨੂੰ RCF ਦੇ ਸੰਘਰਸ਼ ਤੋਂ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ RCF ਮੁਲਾਜ਼ਮਾਂ ਅਤੇ ਸਮੁੱਚੇ ਰੇਲਵੇ ਮੁਲਾਜ਼ਮਾਂ ਵੱਲੋਂ ਕੀਤੇ ਗਏ ਸੰਘਰਸ਼ ਦਾ ਇਤਿਹਾਸ ਵਿੱਚ ਕਦੇ ਵੀ ਜ਼ਿਕਰ ਨਹੀਂ ਕੀਤਾ ਜਾ ਸਕਦਾ। RCF EMPLOYEES ਯੂਨੀਅਨ ਦੇ ਸਰਪ੍ਰਸਤ ਪਰਮਜੀਤ ਸਿੰਘ ਖਾਲਸਾ ਅਤੇ ਕਾਰਜਕਾਰੀ ਪ੍ਰਧਾਨ ਦਰਸ਼ਨ ਲਾਲ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਕਲਮ ਛੋੜ ਹੜਤਾਲ 'ਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ ਖਿਲਾਫ ਐਸਮਾ ਕਾਨੂੰਨ ਦੀ ਵਰਤੋਂ ਕਰਨ ਦੀ ਧਮਕੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਔਰਤਾਂ ਤੇ ਹੋ ਰਹੇ ਜ਼ੁਲਮਾਂ ਤੇ ਜਿਹੜਾ ਸੰਮੇਲਨ ਹੈ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਪਰਿਵਾਰਾਂ ਸਮੇਤ ਸਾਡੇ RCF ਦੇ ਕਰਮਚਾਰੀ ਜੁੜੇ ਨੇ ਤਾਂ ਕਿ ਸਰਕਾਰ ਦੇ ਉੱਪਰ ਦਬਾਅ ਪਾਇਆ ਜਾ ਸਕੇ ਕਿ ਲੋਕ ਪੁਰਾਣੀ ਪੈਨਸ਼ਨ ਸਕੀਮ ਚਾਹੁੰਦੇ ਨੇ। 1 ਅਕਤੂਬਰ ਨੂੰ ਅਸੀਂ NMOPS ਦੇ ਬੈਨਰ ਤਲੇ ਦਿੱਲੀ ਦੀਆਂ ਬਰੂਹਾਂ ਤੇ ਦਸਤਕ ਦੇਣੀ ਹੈ। ਭਾਰਤ ਸਰਕਾਰ ਨੂੰ ਇਹ ਚੈਲੰਜ ਕਰਨਾ ਕਿ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਕਰਕੇ ਅਸੀਂ RCF ਦੇ ਪਰਿਵਾਰਾਂ ਨੂੰ ਅੱਜ ਸੱਦਾ ਦਿੱਤਾ ਸੀ ਕਿ ਇਹ ਇਸ਼ੂ ਸਿਰਫ ਕਰਮਚਾਰੀਆਂ ਦਾ ਨਹੀਂ ਹੈ, ਪਰਿਵਾਰਾਂ ਦਾ ਇਸ਼ੂ ਹੈ। ਆਓ ਇਹਦੇ ਤੇ ਸਾਂਝੇ ਹੋ ਕੇ ਲੜੀਏ। ਇੱਥੋਂ ਦਿੱਤੀ ਹੋਈ ਜਿਹੜੀ ਤਾਕਤ ਹੈ ਸਾਨੂੰ ਦਿੱਲੀ ਜਾਣ ਦੇ ਲਈ ਹੋਰ ਹੌਸਲਾ ਦੇਵੇਗੀ ਔਰ ਦਿੱਲੀ ਦੇ ਵਿੱਚ ਗਈ ਹੋਈ ਭੀੜ ਜਿਹੜੀ ਹੈ ਉਹ ਸਾਡੀ ਜਿੱਤ ਯਕੀਨੀ ਬਣਾਏਗੀ। ਇਹ ਇਸ ਪ੍ਰੋਗਰਾਮ ਕਰਾਉਣ ਦਾ ਸਾਡਾ ਅੱਜ ਮਕਸਦ ਹੈ। ਲਗਭਗ 80 ਲੱਖ ਕਰਮਚਾਰੀ ਜਿਹੜੇ ਆ ਉਹ NPS ਦੇ ਮਾਰੇ ਹੋਏ ਨੇ, NPS ਤੋਂ ਪੀੜਤ ਨੇ। ਕੋਈ ਕਰਮਚਾਰੀ ਇਹ ਨਹੀਂ ਚਾਹੁੰਦਾ ਕਿ ਅਸੀਂ NPS ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਸਾਰੇ ਕਰਮਚਾਰੀ 101% ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕਰਦੇ ਆ ਔਰ ਸਰਕਾਰ ਦੇ ਕੋਲੋਂ ਅਸੀਂ ਅਪੀਲ ਕਰਦੇ ਆ ਮੋਦੀ ਸਰਕਾਰ ਕੋਲੋਂ ਕਿ ਕਰਮਚਾਰੀਆਂ ਦੇ ਬੁਢਾਪੇ ਦੀ ਪੀੜਾ ਨੂੰ ਸਮਝਦੇ ਹੋਏ ਉਹ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬੁਢਾਪੇ ਦੀ ਲਾਠੀ ਹੈ ਉਹ ਬਹਾਲ ਕੀਤੀ ਜਾਵੇ। ਇਹ ਪੰਜਾਬ ਤੋਂ ਸਾਡੇ CPF EMPLOYEES ਯੂਨੀਅਨ ਦੇ ਸਾਥੀ ਜਲੰਧਰ ਤੋਂ, ਕਪੂਰਥਲਾ ਤੋਂ, ਸੁਲਤਾਨਪੁਰ ਲੋਧੀ ਸਾਹਿਬ ਤੋਂ ਪਹੁੰਚੇ ਨੇ। ਰੇਲਵੇ ਦੇ ਸਾਡੇ ਸਾਥੀ ਦਿੱਲੀ ਤੋਂ, ਗਾਜ਼ੀਆਬਾਦ ਤੋਂ, ਪਟਿਆਲਾ ਤੋਂ, ਜੀਂਦ ਤੋਂ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੋਂ, ਈਵਨ ਕਿ ਰਾਏਬਰੇਲੀ MCF ਤੋਂ ਸਾਡੇ ਸਾਥੀ ਪਹੁੰਚੇ ਨੇ। ਹੋਰ ਬਹੁਤ ਸਾਰੀਆਂ ਜਗ੍ਹਾ ਤੋਂ ਪਹੁੰਚੇ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਇੱਥੋਂ ਇੱਕ ਮੈਸੇਜ ਜਿਹੜਾ ਉਹ ਪੂਰੀ ਭਾਰਤੀ ਰੇਲ ਤੇ ਪੂਰੇ ਦੇਸ਼ ਦੇ ਵਿੱਚ ਜਾਵੇ।
ਬਿਲਕੁਲ 2018 ਦੇ ਵਿੱਚ ਸਾਡੇ ਕੋਲ ਬਦਲ ਕੋਈ ਨਹੀਂ ਸੀ ਹੈਗਾ, ਪਰੰਤੂ ਅੱਜ ਸਾਡੇ ਕੋਲ ਬਦਲ ਹੈ। ਕਾਂਗਰਸ ਪਾਰਟੀ ਜਿਹਨੇ 2003 ਦੇ ਵਿੱਚ ਨਵੀਂ ਪੈਨਸ਼ਨ ਸਕੀਮ ਨਾਂ ਦਾ ਕਾਨੂੰਨ ਬਣਾਇਆ ਸੀ, PFRD ਐਕਟ ਨੂੰ ਕਾਨੂੰਨ ਬਣਾਇਆ ਸੀ, ਉਹੀ ਕਾਂਗਰਸ 2023 ਦੇ ਵਿੱਚ ਇਹ ਗੱਲ ਦਾ ਐਲਾਨ ਕਰ ਚੁੱਕੀ ਹੈ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ। ਅਗਰ ਸਰਕਾਰ, ਮੋਦੀ ਸਰਕਾਰ ਇਸ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਨੂੰ ਨਹੀਂ ਮੰਨਦੀ ਤੇ ਕਰਮਚਾਰੀਆਂ ਦੇ ਕੋਲ ਅੱਜ ਵਿਕਲਪ ਮੌਜੂਦ ਹੈ, ਬਦਲ ਮੌਜੂਦ ਹੈ, ਤੇ ਫਿਰ ਕਰਮਚਾਰੀ ਆਪਣੀ ਸੱਟ ਮਾਰਨਗੇ ਵੋਟ ਦੀ ਚੋਟ ਨਾਲ ਤੇ ਇਹਨਾਂ ਸੱਤਾ ਤੋਂ ਬਾਹਰ ਕਰਨਗੇ। ਪਹਿਲੀ ਗੱਲ, ਅਸੀਂ ਪੰਜਾਬ ਸਰਕਾਰ ਦੇ ਇਸ ਕਾਲੇ ਕਾਨੂੰਨ ਦਾ ਜ਼ਬਰਦਸਤ ਵਿਰੋਧ ਕਰਦੇ ਹਾਂ। ਕਰਮਚਾਰੀ ਹੜਤਾਲ ਕਦੇ ਸੌਂਕ ਨਾਲ ਨਹੀਂ ਕਰਦੇ, ਉਹਨਾਂ ਦੀ ਮਜਬੂਰੀ ਬਣਾਈ ਜਾਂਦੀ ਆ। ਅਸੀਂ ਐਸਮਾ ਲਾਉਣ ਦਾ ਪੰਜਾਬ ਦੇ ਵਿੱਚ ਪੂਰੇ ਤੌਰ ਤੇ ਵਿਰੋਧ ਕਰਦੇ ਹਾਂ। ਇਦਾਂ ਦੇ ਕਾਲੇ ਕਾਨੂੰਨ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਲੱਗਣੇ ਚਾਹੀਦੇ। ਜੇ ਭਵਿੱਖ ਦੇ ਵਿੱਚ ਭਾਰਤ ਸਰਕਾਰ ਇਦਾਂ ਦਾ ਕੋਈ ਕਾਲਾ ਕਾਨੂੰਨ ਲਾਗੂ ਕਰਦੀ ਆ ਤੇ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ। ਉਹਦੇ ਲਈ ਜਿੱਥੇ ਤੱਕ ਵੀ ਜਾਣਾ ਪਿਆ, ਸੜਕ ਤੋਂ ਸੰਸਦ ਤੱਕ, ਜਿੱਥੇ ਤੱਕ ਵੀ ਸੰਘਰਸ਼ ਨੂੰ ਲੈ ਕੇ ਜਾਣਾ ਪਿਆ, ਅਸੀਂ ਜਾਣ ਦੇ ਪੂਰੀ ਲਗਾਤਾਰ ਤਿਆਰ ਹਾਂ। ਜੀਤ ਸਿੰਘ, ਕੌਮੀ ਸੀਨੀਅਰ ਮੀਤ ਪ੍ਰਧਾਨ, ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ। ਅੱਜ ਫਰੰਟ ਅਗੇਂਸਟ NPS ਇਨ ਰੇਲਵੇ ਵੱਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਇੱਕ ਮਹਾ ਸੰਮੇਲਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਰੇਲਵੇ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਮੇਤ ਪਰਿਵਾਰ ਸੱਦਾ ਦਿੱਤਾ ਗਿਆ, ਕਿਉਂਕਿ ਜਿਹੜਾ ਪੁਰਾਣੀ ਪੈਨਸ਼ਨ ਦਾ ਮੁੱਦਾ ਹੈ ਇਹ ਇਕੱਲਾ ਮੁਲਾਜ਼ਮਾਂ ਦਾ ਮੁੱਦਾ ਨਹੀਂ, ਇਹ ਉਹਨਾਂ ਪਰਿਵਾਰਾਂ ਦਾ ਮੁੱਦਾ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ, ਜਿਨ੍ਹਾਂ ਦੇ ਪਿਤਾ, ਜਿਨ੍ਹਾਂ ਦੇ ਬੇਟੇ ਅੱਜ NPS ਦੇ ਵਿੱਚ ਕੰਮ ਕਰ ਰਹੇ ਨੇ, ਕਿਉਂਕਿ ਇਹ ਉਹ ਮੁੱਦਾ ਹੈ ਜਿਹੜਾ ਆਉਣ ਵਾਲੀ ਨੌਜਵਾਨੀ ਦੇ ਭਵਿੱਖ ਨਾਲ ਜੁੜਿਆ ਹੋਇਆ ਮੁੱਦਾ ਹੈ। ਸੋ ਲਗਾਤਾਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਦੇਸ਼ ਭਰ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ। ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਇੱਕੋ ਇੱਕ ਅਜਿਹੀ ਜਥੇਬੰਦੀ ਹੈ ਜੋ ਕੇਂਦਰ ਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੇ ਨਾਲ ਇਕੱਠੇ ਹੋ ਕੇ ਕੇਂਦਰ ਨਾਲ ਲੜਾਈ ਲੜ ਰਹੀ ਹੈ। ਤੇ ਅਸੀਂ ਅੱਜ ਇਸ ਮੰਚ ਤੋਂ ਕੇਂਦਰ ਦੀ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਜੇਕਰ 1 ਅਕਤੂਬਰ ਤੋਂ ਪਹਿਲਾਂ ਤੁਸੀਂ ਕੋਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਵਿੱਚ ਕੋਈ ਫੈਸਲਾ ਨਾ ਲਿਆ ਤਾਂ 1 ਅਕਤੂਬਰ ਨੂੰ ਦੇਸ਼ ਭਰ ਦੇ ਰਾਜ ਸਰਕਾਰਾਂ ਦੇ ਮੁਲਾਜ਼ਮ, ਕੇਂਦਰ ਸਰਕਾਰ ਦੇ ਮੁਲਾਜ਼ਮ ਇਕੱਠੇ ਹੋ ਕੇ ਦਿੱਲੀ ਆ ਰਹੇ ਨੇ। ਜੇਕਰ ਤੁਸੀਂ 1 ਅਕਤੂਬਰ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਾ ਕੀਤੀ ਤਾਂ ਇਹਨਾਂ ਮੁਲਾਜ਼ਮਾਂ ਦਾ ਜਿਹੜਾ ਵਿਦਰੋਹ ਹੋਏਗਾ, ਜਿਹੜਾ ਰੋਸ ਹੋਏਗਾ ਕੇਂਦਰ ਸਰਕਾਰ ਦੇ ਪ੍ਰਤੀ, ਉਹ ਮੋਦੀ ਸਰਕਾਰ ਤੋਂ ਠੱਲਿਆ ਨਹੀਂ ਜਾਵੇਗਾ। ਜਿਹੜਾ ਪੈਨਸ਼ਨ ਮਹਾਂ ਸੰਮੇਲਨ ਹੋ ਰਿਹਾ ਹੈ, ਇਹ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਵਿੱਚ RCF EMPLOYE ਯੂਨੀਅਨ ਫਰੰਟ ਅਗੇਂਸਟ NPS ਇਨ ਰੇਲਵੇ ਵੱਲੋਂ ਹੋ ਰਿਹਾ ਹੈ। ਮੈਂ ਜਨਰਲ ਸੈਕਟਰੀ ਇੰਡੀਅਨ ਰੇਲਵੇ EMPLOYEਜ਼ ਫੈਡਰੇਸ਼ਨ ਇਹਦੇ ਵਿੱਚ ਸ਼ਾਮਲ ਹੋਏ ਆ ਔਰ ਇਹਦਾ ਮੁੱਖ ਮਕਸਦ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹਨੂੰ ਬਹਾਲ ਕਰਾਉਣਾ ਹੈ। NPS ਜਿਹੜੇ ਆ ਉਹਨੂੰ ਰੱਦ ਕਰਾਉਣਾ ਹੈ। 2004 ਦੇ ਵਿੱਚ ਜਿਹੜਾ ਇਹ ਕਾਨੂੰਨ ਪਾਸ ਕਰਕੇ ਜਿਹੜਾ ਇਹਨਾਂ ਸਾਥੀਆਂ ਦੇ ਉੱਤੇ ਜਿਹੜੇ 2004 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਦੀ ਜਿਹੜੀ ਪੈਨਸ਼ਨ ਜਿਹੜੀ ਹੈ ਉਹ ਉਡਾ ਦਿੱਤੀ ਗਈ। ਇਸ ਕਰਕੇ ਇੰਡੀਅਨ ਰੇਲਵੇ EMPLOYEਜ਼ ਫੈਡਰੇਸ਼ਨ ਜਿਹੜੀ ਹੈ ਲਗਾਤਾਰ ਹੀ ਉਸ ਸਮੇਂ ਤੋਂ ਲੈ ਕੇ ਅਸੀਂ ਲਗਾਤਾਰ ਜਗ੍ਹਾ ਜਾ ਕੇ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ ਔਰ ਇਸ ਬਾਰੇ ਚ ਦੱਸਿਆ ਕਿ ਇਹ ਕਿਵੇਂ ਪੈਨਸ਼ਨ ਜਿਹੜੀ ਹੈ ਜਿਹੜਾ ਕਿ ਬੁਢਾਪੇ ਦੇ ਉਹ ਸਹਾਰਾ ਹੁੰਦੀ ਹੈ। ਘਰ ਦੇ ਵੀ ਤਾਂ ਹੀ ਕਿਸੇ ਨੂੰ ਉਹ ਮੰਨਦੇ ਆ ਜੇ ਅਗਰ ਉਹਦੇ ਕੋਲ ਕੋਈ ਪੈਸਾ ਹੈ, ਜੇ ਉਹਦੇ ਕੋਲ ਖਾਣ ਨੂੰ ਕੁਝ ਹੈ ਤਾਂ ਹੀ ਉਹਦੀ ਸੇਵਾ ਹੋਏਗੀ, ਨਹੀਂ ਤੇ ਬਜ਼ੁਰਗੀ ਦੇ ਵਿੱਚ ਆ ਕੇ ਆਪਣਾ ਬੁਢਾਪਾ ਅਸੀਂ ਰੋਲ ਲਵਾਂਗੇ। ਸੋ ਇਸ ਮੁੱਦੇ ਨੂੰ ਲੈ ਕੇ ਅਸੀਂ 2013 ਤੋਂ ਇੱਕ ਸੰਗਠਨਿਕ ਤਰੀਕੇ ਦੇ ਨਾਲ ਰਲ ਕੇ ਅਸੀਂ ਸਟੇਟਾਂ ਦੇ EMPLOYEਜ਼, ਰੇਲਵੇ ਦੇ EMPLOYEਜ਼, ਸੈਂਟਰ ਗਵਰਨਮੈਂਟ ਦੇ EMPLOYEਜ਼ ਸਭ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਕਰਨ ਦਾ ਕੰਮ ਉਹ ਇੰਡੀਅਨ ਰੇਲਵੇ EMPLOYEਜ਼ ਫੈਡਰੇਸ਼ਨ ਨੇ ਕੀਤਾ। ਫਰੰਟ ਅਗੇਂਸਟ NPS ਇਨ ਰੇਲਵੇ ਸਾਥੀ ਅਮਰੀਕ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਸ ਮੁਹਿੰਮ ਨੂੰ ਪੂਰੇ ਦੇਸ਼ ਦੇ ਵਿੱਚ ਉਹ ਫੈਲਾਇਆ ਔਰ ਅੱਜ 6 ਸਟੇਟਾਂ ਦੇ ਵਿੱਚ ਜਦੋਂ ਜਾਂ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋ ਗਈ ਹੈ ਜਾਂ ਬਹਾਲ ਹੋਣ ਦੇ ਕੰਢੇ ਤੇ ਹੈ, ਉਹਦਾ ਪ੍ਰੋਸੈਸ ਚੱਲ ਰਿਹਾ ਹੈ ਔਰ ਉਹਨੂੰ ਲੈ ਕੇ 1 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਉਹ ਰੈਲੀ ਹੋਣ ਜਾ ਰਹੀ ਹੈ, ਜਿੰਦੇ ਵਿੱਚ ਟੋਟਲ ਗਵਰਨਮੈਂਟ EMPLOYEਜ਼, ਸਟੇਟਾਂ ਦੇ EMPLOYEਜ਼ ਉਹ ਸੈਂਟਰ ਗਵਰਨਮੈਂਟ ਦੇ EMPLOYEਜ਼ ਇੱਕ ਦਿਨ ਜੀ ਦਿੱਲੀ ਦੇ ਵਿੱਚ ਇਕੱਠੇ ਹੋਣ ਜਾ ਰਹੇ ਆ, ਜਿੰਦੇ ਵਿੱਚ ਘੱਟੋ ਘੱਟ 10 ਲੱਖ ਦੀ ਗਿਣਤੀ ਦੇ ਵਿੱਚ ਲੋਕ ਹੋਣਗੇ
ਜਿੰਦਾ ਵਿੱਚ ਸਿੱਧਾ ਸੰਕੇਤ ਹੈ ਕਿ ਅਗਰ ਇਹ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਉਹਨੂੰ 2024 ਦੇ ਇਲੈਕਸ਼ਨਾਂ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਉਹ ਖਮਿਆਜਾ ਭੁਗਤਣਾ ਪਏਗਾ। ਇਹ ਘੱਟੋ ਘੱਟ 5 ਕਰੋੜ ਲੋਕ ਬਣਦੇ ਆ ਅੰਪਲਾਈ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ ਮਿਲਾ ਕੇ ਅਸੀਂ 5 ਕਰੋੜ ਤੋਂ ਉੱਪਰ ਬਣਦੇ ਆ। ਅਗਰ 5 ਕਰੋੜ ਲੋਕਾਂ ਨੇ ਇੱਕ ਫੈਸਲਾ ਕਰ ਲਿਆ ਤਾਂ ਇਹ ਸਰਕਾਰਾਂ ਜਿਹੜੀਆਂ ਇਹ ਨਹੀਂ ਟਿਕ ਪਾਣਗੀਆਂ। ਸੋ ਤੁਹਾਡੇ ਮਾਧਿਅਮ ਰਾਹੀਂ, ਮੈਂ ਮੀਡੀਆ ਦੇ ਮਾਧਿਅਮ ਰਾਹੀਂ ਇਹ ਗੱਲ ਜਿਹੜੀ ਹੈ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਤੁਰੰਤ ਜਿਹੜਾ OPS ਨੂੰ ਬਹਾਲ ਕੀਤਾ ਜਾਏ, ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਏ। ਇਹਦੇ ਆਰਡਰ ਜਿਹੜੇ ਆ ਉਹ ਛੇਤੀ ਕਰਨੇ ਚਾਹੀਦੇ ਆ। ਇਸ ਰੂਲ ਨੂੰ ਜਿਹੜਾ ਤੁਰੰਤ ਕੈਂਸਲ ਕਰਨਾ ਚਾਹੀਦਾ ਜਿਹੜਾ ਨਿਊ ਪੈਨਸ਼ਨ ਸਕੀਮ ਦਾ। ਸੋ ਇਸ ਕਰਕੇ ਇੰਡੀਅਨ ਰੇਲਵੇ EMPLOYEES ਫੈਡਰੇਸ਼ਨ ਜਿੰਨੇ ਜ਼ੋਨਾਂ ਦੇ ਵਿੱਚ ਕੰਮ ਕਰ ਰਹੀ ਹੈ ਰੇਲਵੇ ਦੇ ਅੰਦਰ, ਉਹ ਹਲਕ ਜਗਾਉਣ ਦਾ ਕੰਮ, ਜਿੰਨੇ ਗੈਰ ਮਾਨਤਾ ਪ੍ਰਾਪਤ ਸੰਗਠਨ ਨੇ ਉਹਨਾਂ ਨੂੰ ਇੱਕ ਮੰਚ ਤੇ ਲਿਆਉਣ ਦਾ ਕੰਮ ਜਿਹੜਾ ਉਹ ਅਸੀਂ ਕਰ ਰਹੇ ਹਾਂ। ਅਸੀਂ ਇੱਕ ਮੰਚ ਤੇ ਲਿਆਉਣ ਦਾ ਕੰਮ ਕੇਵਲ ਵੋਟਾਂ ਦੇ ਲਈ ਨਹੀਂ, ਅਸੀਂ ਸੰਘਰਸ਼ ਦੇ ਲਈ ਕਰ ਰਹੇ ਹਾਂ। ਸੋ ਸਾਡੀ ਇਹ ਬੇਨਤੀ ਹੈ, ਸਾਡੀ ਉਹਨਾਂ ਸਾਰੇ ਸੰਗਠਨਾਂ ਨੂੰ ਬੇਨਤੀ ਹੈ ਜਿਹੜੇ ਗੈਰ ਮਾਨਤਾ ਪ੍ਰਾਪਤ ਨੇ, ਉਹ ਆਓ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਹੋ ਜਿਹਾ ਹੋਕਾ ਮਾਰੀਏ ਔਰ ਇਹੋ ਜਿਹੀ ਜਿਹੜੀ ਹੈਂਕੜਬਾਜ਼ ਸਰਕਾਰਾਂ ਨੇ ਉਹਨਾਂ ਦਾ ਮੂੰਹ ਜਿਹੜਾ ਮੋੜੀਏ। ਧੰਨਵਾਦ ਜੀ। मेरा नाम नरसिंह कुमार है। मैं नॉर्दर्न रेलवे एम्प्लॉयज़ यूनियन का जोनल प्रेसिडेंट हूँ और इंडियन रेलवे एम्प्लॉयज़ फेडरेशन का राष्ट्रीय वित्त सचिव हूँ। और जो आज पुरानी पेंशन के लिए जो आंदोलन चल रहा है, यहाँ पे जो सम्मेलन हो रहा है, ये 1 अक्टूबर 2023 को दिल्ली में एक बड़ा कार्यक्रम होगा पूरे देश के लोगों का। उसकी तैयारी के पूर्व में ये सब कार्यक्रम चल रहा है। और दरअसल क्या है कि इस देश में कहने के लिए तो 12 मजदूर संगठन है। जब 2004 में NPS लागू किया गया तो 12 संगठनों में से किसी ने भी नहीं बोला। हमारे रेलवे में 2 संगठन है, एक AIRF और एक NFIR। इन दोनों के जितने भी जो लीडर थे उन्होंने भी इसके बारे में कुछ नहीं बोला। और उल्टा जो है कि इसके AIRF के जो उमरावल पुरोहित है, इसके ट्रस्टी बन के बैठ गए। और इसके बाद जब हम लोगों ने ये आंदोलन इंडियन रेलवे एम्प्लॉयज़ फेडरेशन के माध्यम से 2012 से पर्चे निकाल करके शुरू किए लोगों को जागरूक करना, तो इस समय ये दोनों के दोनों जो AIRF का फेडरेशन है, ये कर्मचारियों को नई पेंशन के फ़ायदे बताने में लगा हुआ था। जबकि सारा मामला ये है कि 60% जो पैसा है कर्मचारियों का, जो पूरा पैसा है उसमें से 60% केवल मिलेगा, 40% जो कि वहाँ पे PFRDA में जो कि जमा ही रहेगा। और इसका सबसे बड़ा नुकसान ये है कि ये सारा का सारा पैसा जो कि शेयर मार्केट में जाता है, जैसे जैसे ही शेयर मार्केट घटेगा बढ़ेगा तो ये सारा का सारा मामला इनके हाथ में होता है। कर्मचारियों को इसमें पेंशन नहीं है। पेंशन जो पुरानी पेंशन है एक्चुअली वो फैमिली पेंशन है, पारिवारिक पेंशन है। और उस पारिवारिक पेंशन का फ़ायदा ये है कि वो 3 पीढ़ियों तक जाता है। जबकि ये जो जितने भी सरकारी कर्मचारी काम करने वाले जो लोग हैं, ये इनके जो वेतन का एक हिस्सा है वो जो कि कटता रहता है उसके समय में, सेवा के दौरान में। और वो पैसा जो है इनको रिटायरमेंट के बाद मिलता है और इनके जो कि पीढ़ियों को भी मिलता है। जैसे हम रिटायर हो गए, हमारे को मिलेगा, अगर हम नहीं रहे तो हमारी घरवाली को मिलेगा, अगर घरवाली भी नहीं रही तो जो विडो लड़की होती है या जो कि अनमैरिड लड़की होती है उसको भी मिलता है पैसा, मतलब परसेंटेज घट जाती है। दूसरा सबसे बड़ी बात क्या है कि जैसे जैसे हमारी उम्र बढ़ती जाती है, हम अगर 80 साल के होते हैं तो हमारे को जो कि 20% बढ़ जाएगा, 85 के होंगे तो 30% बढ़ जाएगा, 90 के होंगे तो 50% बढ़ जाएगा, 100 के होंगे तो हमारे को जो कि 100% जो कि मतलब पूरे तनख्वाह जो तरह हम जो कि जैसे जैसे हमारी बुढ़ापे में आवश्यकताएं बढ़ती जाती हैं मेडिकल वगैरह के लिए, तो उस तरीके से तमाम सारी चीज़ों की सुविधाएं मिलती हैं। तो ये सरकार जो है कुल मिलाकर के इस देश का ही निजीकरण करने में लगी हुई है। पूंजीवाद को बढ़ावा देते हुए वैश्विक नीतियां जो
पूरे दुनिया में चल रही हैं पूंजीवाद की, उन नीतियों को लेकर के ये काम किया जा रहा है। ये छोटे मोटा आंदोलन नहीं है, ये केवल जो कि कर्मचारियों का नहीं है, ये इस देश के पूरे नागरिकों का आंदोलन है। इस बात को सभी देशवासियों को समझना होगा और इस आंदोलन को आगे बढ़ाते हुए पूरे देश से निजीकरण, निगमीकरण और इस तरीके के तमाम सारे जो चीज़ें हैं वो सरकार से के उसमें आंदोलन करके इसको रोकना होगा। शिक्षा का निजीकरण, रोजगार का निजीकरण, तमाम सारी चीज़ें हैं, इस पे जो कि काम किए बगैर, जो आंदोलन किए बगैर ये रुकने वाला नहीं है। और इसके लिए एक ही हम जो की बात कहेंगे कि लोगों को बढ़ चढ़ करके इस आंदोलन में हिस्सा लेना चाहिए। इन्हीं बातों के साथ